ਸਾਡੀ ਖੇਤੀਬਾੜੀ ਲੈਸਨ ਨੰਬਰ 4th ਜੋਗ੍ਰਾਫੀ ਪਾਰਟ ਆਫ SST ਬੁੱਕ ਕਲਾਸ 8th। ਇਹ ਜਿਹੜਾ ਸੈਸ਼ਨ ਹੈ ਦੋਹਾਂ ਲਈ ਹੈ, PSCB ਬੋਰਡ ਐਂਡ CBSE ਬੋਰਡ। ਅੱਜ ਅਸੀਂ ਡਿਸਕਸ ਕਰਾਂਗੇ ਵੀ ਐਗਰੀਕਲਚਰ ਕੀ ਹੁੰਦੀ ਆ, ਐਗਰੀਕਲਚਰ ਕਿੱਦਾਂ ਦੀ ਹੁੰਦੀ ਹੈ, ਐਗਰੀਕਲਚਰ ਵਿੱਚ ਕੀ ਕੀ ਚੇਂਜਸ ਹੁੰਦੇ ਆ, ਜਾਂ ਸਾਡੇ ਲਈ ਐਗਰੀਕਲਚਰ ਕਿਵੇਂ ਇੰਪੋਰਟੈਂਟ ਆ। ਅਸੀਂ ਪੂਰਾ ਸੈਸ਼ਨ ਇਸ ਚੀਜ਼ ਦੇ ਉੱਤੇ ਡਿਸਕਸ ਕਰਾਂਗੇ ਅਤੇ ਦੇਖਾਂਗੇ ਵੀ ਐਗਰੀਕਲਚਰ ਦਾ ਸਾਡੇ ਇੰਡੀਆ ਦੇ ਵਿੱਚ ਕਿਸ ਤਰੀਕੇ ਦਾ ਇਫੈਕਟ ਆ ਅਤੇ ਉਹ ਕਿਸ ਤਰੀਕੇ ਨਾਲ ਸਾਡੇ ਇੰਡੀਆ ਦੇ ਵਿੱਚ ਗਰੋ ਕਰਦੀ ਆ। ਮੈਂ ਸੁਰਿੰਦਰ ਕੁਮਾਰ ਤੁਹਾਨੂੰ ਇਸ ਸੈਸ਼ਨ ਦੇ ਨਾਲ ਡੀਲ ਕਰਵਾਉਂਗਾ ਅਤੇ ਟਰਾਈ ਕਰੂੰਗਾ ਵੀ ਤੁਹਾਨੂੰ ਇਹ ਸਿੰਪਲ ਤੇ ਵਧੀਆ ਵੇ ਦੇ ਨਾਲ ਪੂਰਾ ਚੈਪਟਰ ਸਮਝਾ ਸਕਾਂ। ਚਲੋ ਹੁਣ ਅਸੀਂ ਸਟਾਰਟ ਕਰਦੇ ਹਾਂ ਪੜ੍ਹਨਾ। ਦੇਖੋ ਟੌਪਿਕ ਕਿਹੜੇ ਕਿਹੜੇ ਕਵਰ ਕੀਤੇ ਗਏ ਨੇ। ਫਸਟ ਹੈ ਵਟ ਇਜ਼ ਦੀ ਐਗਰੀਕਲਚਰ, ਦੈਨ ਫੈਕਟਰੀ ਟੂ ਦੀ ਐਗਰੀਕਲਚਰ, ਦੈਨ ਹੈ ਐਗਰੀਕਲਚਰ ਐਜ਼ ਏ ਸਿਸਟਮ, ਦੈਨ ਟਾਈਪਸ ਆਫ ਫਾਰਮਿੰਗ, ਤੇ ਅਸੀਂ ਕੰਪੈਰੀਜ਼ਨ ਪੜ੍ਹਾਂਗੇ ਬਾਕੀ ਸਾਰਿਆਂ ਦੇ ਵਿੱਚ। ਤੇ ਹੁਣ ਅਸੀਂ ਇਹਨੂੰ ਸੈਸ਼ਨ ਨੂੰ ਜਿਹੜਾ ਸ਼ੁਰੂ ਕਰਦੇ ਹਾਂ। ਦੇਖੋ ਫਸਟ ਜਿਹੜਾ ਹੈ ਉਹ ਹੈ ਇੰਟਰੋਡਕਸ਼ਨ ਸੈਕਸ਼ਨ। ਵੀ ਇੰਟਰੋਡਕਸ਼ਨ ਕੀ ਹੁੰਦੀ ਹੈ, ਐਗਰੀਕਲਚਰ ਕੀ ਆ। ਐਗਰੀਕਲਚਰ ਕੀ ਹੈ, ਇੱਕ ਸਾਇੰਸ ਤੇ ਆਰਟ ਆ ਜਿਹੜੀ ਕੀ ਕਰਦੀ ਆ, ਜਿਹੜੀ ਸੋਇਲ ਰਾਈਜ਼ਿੰਗ ਟੂ ਦੀਆਂ ਕੌਪਸ ਐਂਡ ਰੇਅਰਿੰਗ ਟੂ ਦੀਆਂ ਲਾਈਫ ਸਟੌਕਸ। ਵੀ ਇਹਦੇ ਵਿੱਚ ਕੀ ਹੁੰਦਾ ਵਾ, ਜਿਹਦੇ ਵਿੱਚ ਅਸੀਂ ਕੀ ਕਰਾਂਗੇ, ਮਿੱਟੀ ਤੇ ਉਹਦੇ ਵਿੱਚ ਉੱਗਣ ਵਾਲੀਆਂ ਫਸਲਾਂ ਤੇ ਲਾਈਫ ਸਟੌਕਸ ਜਿਹੜੇ ਹੋਰ ਉੱਗਦੇ ਆ ਤੇ ਸਾਨੂੰ ਫਾਰਮੇਸ਼ਨ ਕਰੂਗੀ, ਜਿਹਦੇ ਵਿੱਚ ਪਲਾਂਟ ਜਿਹੜਾ ਵਾ ਇੱਕ ਫਿਨਿਸ਼ਿੰਗ ਪ੍ਰੋਡਕਟ ਦੇ ਵਿੱਚ ਕੰਪੇਅਰ ਹੋ ਜਾਂਦਾ। ਤਿੰਨ ਤਰ੍ਹਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਐਗਰੀਕਲਚਰ ਦੇ ਵਿੱਚ ਕੀਤੀਆਂ ਜਾਂਦੀਆਂ, ਜਿਵੇਂ ਪ੍ਰਾਇਮਰੀ ਐਕਟੀਵਿਟੀ, ਸੈਕੰਡਰੀ ਐਂਡ ਟੈਰੀਟਰੀ ਐਕਟੀਵਿਟੀ। ਹੁਣ ਦੇਖਿਆ ਜਾਊਗਾ ਸਾਈਡ ਦੇ ਉੱਤੇ ਲਿਖਿਆ ਐਗਰੀਕਲਚਰ ਕੀ ਹੁੰਦਾ, ਦੋ ਵਰਡਸ ਦਾ ਮੇਲ ਆ, ਐਗਰੀ ਪਲੱਸ ਕਲਚਰ। ਐਗਰ ਦਾ ਮਤਲਬ ਸੋਇਲ ਤੇ ਕਲਚਰ ਦਾ ਮਤਲਬ ਕਲਟੀਵੇਸ਼ਨ। ਤੇ ਇਹ ਕੀ ਹੁੰਦਾ ਵਾ, ਕਿਸੇ ਮਿੱਟੀ ਦੇ ਉੱਤੇ ਖੇਤੀਬਾੜੀ ਕਰਨਾ ਜਾਂ ਉਹਨੂੰ ਵਾਹ ਕੇ ਉਹਦੇ ਵਿੱਚ ਕੁਝ ਵੀ ਉਗਾ ਲੈਣਾ, ਉਹਨੂੰ ਅਸੀਂ ਕਹਿੰਦੇ ਆ ਐਗਰੀਕਲਚਰ ਕਹਿੰਦੇ ਆ। ਉਸ ਤੋਂ ਬਾਅਦ ਦੇਖੋ ਸਾਨੂੰ ਦਿੱਤਾ ਹੈ ਪ੍ਰਾਇਮਰੀ ਕਿਹੜੇ ਕਿਹੜੇ ਹੁੰਦੇ ਆ, ਜਿਵੇਂ ਐਗਰੀਕਲਚਰ। ਉਸ ਤੋਂ ਬਾਅਦ ਹੈਗੇ ਆ ਪ੍ਰਾਇਮਰੀ ਇਹਦੇ ਵਿੱਚ ਮੈਨੂਫੈਕਚਰਿੰਗ ਜਾਂ ਕਲੋਥਸ ਬਣਾਉਣੇ, ਟਰਾਂਸਪੋਰਟੇਸ਼ਨ ਤੇ ਬੈਂਕਿੰਗ। ਇਹ ਟੈਰੀਟਰੀ ਸੈਕਟਰ ਹੁੰਦੇ ਆ ਜਿਹੜੇ ਕਿ ਐਗਰੀਕਲਚਰ ਦੇ ਨਾਲ ਡੀਲ ਕਰਦੇ ਆ। ਉਸ ਤੋਂ ਬਾਅਦ ਜਿਹੜਾ ਮੇਨ ਇੰਪੋਰਟੈਂਟ ਫੈਕਟਰ ਆ, ਫੈਕਟਰ ਇਨਫਲੂਐਂਸਿੰਗ ਟੂ ਦੀ ਐਗਰੀਕਲਚਰ। ਐਗਰੀਕਲਚਰ ਨੂੰ ਇਫੈਕਟ ਕਰਨ ਵਾਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਦੇਖੋ ਫਸਟ ਹੁੰਦਾ ਕਲਾਈਮੇਟ। ਸਾਰਿਆਂ ਨੂੰ ਪਤਾ ਵੀ ਜਿਹੜਾ ਇੱਕ ਤਾਪਮਾਨ ਆ ਤੇ ਰੇਨਫਾਲ ਆ ਉਹ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਕਿ ਇਹਨੂੰ ਐਗਰੀਕਲਚਰ ਨੂੰ। ਵੀ ਜਿੱਥੇ ਜ਼ਿਆਦਾ ਗਰਮੀ ਹੋਵੇ ਜਾਂ ਬਹੁਤ ਜ਼ਿਆਦਾ ਮੀਂਹ ਪੈਂਦਾ ਹੋਵੇ ਤਾਂ ਉੱਥੇ ਉਸ ਤਰ੍ਹਾਂ ਦੀ ਜਿਹੜੀ ਫਸਲਾਂ ਉਗਾਈ ਜਾ ਸਕਦੀ ਹੈ। ਜਿਵੇਂ ਜਿੱਥੇ ਜ਼ਿਆਦਾ ਮੀਂਹ ਪੈਂਦੇ ਹੋਣਗੇ ਉੱਥੇ ਰਾਈਸ ਜ਼ਿਆਦਾ ਵਧੀਆ ਤਰੀਕੇ ਨਾਲ ਉੱਗ ਜਾਂਦੇ ਆ, ਕਿਉਂਕਿ ਉੱਥੇ ਕੀ ਆ, ਉਹਨਾਂ ਨੂੰ ਇੱਕ ਡਰਾਈ ਤੇ ਇੱਕ ਕੋਲ ਸਰਫੇਸ ਚਾਹੀਦਾ ਹੁੰਦਾ ਵਾ, ਕਿਹਦੇ ਲਈ, ਬੀਟ ਦੇ ਲਈ। ਉਸ ਤੋਂ ਬਾਅਦ ਹੈਗਾ ਸੋਇਲ, ਮਿੱਟੀ। ਜਿਹੜੀ ਸੋਇਲ ਆ ਉਹ ਕਾਈਂਡਸ ਆਫ ਸੋਇਲ ਜਿਹੜੀਆਂ ਨੇ ਉਹਦੇ ਵਿੱਚ ਡਿਫਰੈਂਟ ਜਿਹੜੀਆਂ ਖੇਤੀਆਂ ਕੀਤੀਆਂ ਜਾ ਸਕਦੀਆਂ, ਜਿਵੇਂ ਕਲੇ ਸੋਇਲ ਹੁੰਦੀ ਆ। ਇੱਥੇ ਕੀ ਹੁੰਦੀ ਆ, ਪਾਣੀ ਆਪਣੇ ਵਿੱਚ ਰਿਟੇਨ ਕਰਕੇ ਰੱਖਦੀ ਹੈ, ਸੂਟੇਬਲ ਆ ਰਾਈਸ ਤੇ ਕਾਟਨ ਦੇ ਲਈ। ਫਰਟਾਈਲ ਐਲੂਵਲ ਸੋਇਲ, ਇਹ ਕਿਹੜੀ ਆ, ਆਈਡੀਅਲ ਐਗਰੀਕਲਚਰ ਲੈਂਡ ਮੰਨੀ ਜਾਂਦੀ ਹੈ, ਐਗਰੀਕਲਚਰ ਲਈ ਆਦਰਸ਼ ਮੰਨੀ ਜਾਂਦੀ ਹੈ ਮਿੱਟੀ। ਤੇ ਸਪੋਰਟ ਕਰਦੀ ਹੈ ਮੈਨੀ ਕ੍ਰੌਪਸ, ਜਿਵੇਂ ਕਿ ਰੇਨ, ਰਿਵਰ, ਬੈਂਕਸ ਆਫ ਟੂ ਦੀ ਹੈਵਲੀ ਕਲਟੀਵੇਟਡ। ਵੀ ਇਹ ਕਿੱਥੇ ਮਿਲਦੀ ਹੈ, ਜ਼ਿਆਦਾਤਰ ਜਿੱਥੇ ਨਦੀਆਂ, ਸਮੁੰਦਰ ਜਾਂ ਹੋਰ ਜਿੱਥੇ ਜ਼ਿਆਦਾ ਕਲਟੀਵੇਟਡ ਏਰੀਆ ਹੋਊਗਾ। ਸੈਂਡੀ ਸੋਇਲ ਕਿਹੜੀ ਹੁੰਦੀ ਆ, ਇਹ ਜਿਹੜੀ ਸੋਇਲ ਹੁੰਦੀ ਹੈ ਰੈਪਿਡਲੀ ਹੁੰਦੀ ਆ ਤੇ ਇਹ ਸਿਰਫ ਜਿਵੇਂ ਮੂੰਗਫਲੀਆਂ ਹੋ ਗਈਆਂ, ਗਰਾਊਂਡ ਨਟਸ ਹੋ ਗਈਆਂ, ਤਾਂ ਇਹਨਾਂ ਦੇ ਲਈ ਜ਼ਿਆਦਾਤਰ ਵਰਤੀ ਜਾਂਦੀ ਹੈ। ਰਿਲੀਫ ਧਰਾਤਲ ਕਿੱਦਾਂ ਦਾ ਹੋਣਾ ਚਾਹੀਦਾ, ਜੇਕਰ ਫਲੈਟ ਹੋਵੇ ਤਾਂ ਉਹ ਧਰਤੀ, ਜਿਵੇਂ ਪਲੇਨ ਏਰੀਆ ਹੋ ਗਿਆ, ਵੈਲੀ ਹੋ ਗਿਆ, ਫਲੈਟ ਹੋ ਗਿਆ, ਟੌਪ ਆਫ ਟੂ ਦੇ ਪਲੈਟਿਊ, ਯਾਨੀ ਕਿ ਪਠਾਰਾਂ ਦੇ ਉੱਪਰ ਜਿਹੜਾ ਫਲੈਟ ਏਰੀਆ ਹੁੰਦਾ ਵਾ, ਉੱਥੇ ਐਗਰੀਕਲਚਰ ਕਰਨੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਉੱਥੇ ਕਾਫੀ ਜ਼ਿਆਦਾ ਅਸੀਂ ਝਾੜ ਵੀ ਲੈ ਸਕਦੇ ਹਾਂ। ਅਦਰ ਫੈਕਟਰ ਜਿਵੇਂ ਹੁੰਦੇ ਆ ਸਾਡੇ, ਜਿਵੇਂ ਸਾਡੀ ਸਿੰਜਾਈ ਦੇ ਸਾਧਨ ਹੋ ਗਏ, ਲੈਂਡ ਦੀ ਹੋਲਡਿੰਗ ਏਰੀਆ ਹੋ ਗਿਆ, ਟਰਾਂਸਪੋਰਟੇਸ਼ਨ ਫੈਸਿਲਿਟੀਆਂ ਹੋ ਗਈਆਂ, ਇਹ ਵੀ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਨੇ। ਉਸ ਤੋਂ ਬਾਅਦ ਚੱਲਦੇ ਹਾਂ ਫਾਰਮਿੰਗ ਸਿਸਟਮ। ਸਾਡਾ ਸਿਸਟਮ ਕਿੱਦਾਂ ਦਾ, ਦੇਖੋ ਹੁਣ ਸਿਸਟਮ ਜਿਹੜਾ ਵਾ ਸਾਡਾ ਅੱਗੇ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਇਨਪੁਟ, ਪ੍ਰੋਸੈਸਿੰਗ, ਆਊਟਪੁੱਟ। ਇਨਪੁੱਟ ਦੇ ਵਿੱਚ ਜਿਹੜੀਆਂ ਨੇ ਵੀ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ, ਜਿਵੇਂ ਸੀਡਸ ਚਾਹੀਦੇ ਆ, ਮਸ਼ੀਨਰੀ ਚਾਹੀਦੀ ਹੈ, ਕੈਮੀਕਲ ਚਾਹੀਦੇ ਆ। ਇਹ ਸਾਡੇ ਇਨਪੁੱਟ ਨੇ ਜਿਹੜਾ ਅਸੀਂ ਐਗਰੀਕਲਚਰ ਦੇ ਵਿੱਚ ਪਾਉਂਦੇ ਹਾਂ ਤੇ ਉਹਦੇ ਨਾਲ ਸਾਨੂੰ ਜਿਹੜੀ ਖੇਤੀ ਦੀ ਪ੍ਰੋਸੈਸਿੰਗ ਜਿਹੜੀ ਨਿਕਲ ਕੇ ਆਉਂਦੀ ਆ। ਉਸ ਤੋਂ ਬਾਅਦ ਹੈਗੇ ਫਿਜ਼ੀਕਲ ਇਨਪੁੱਟਸ। ਫਿਜ਼ੀਕਲ ਇਨਪੁੱਟ ਜਿਹੜੇ ਕਿ ਕੁਦਰਤ ਦੁਆਰਾ ਸਾਨੂੰ ਮਿਲਦੇ ਆ, ਜਿਵੇਂ ਸਨਰਾਈਜ਼ ਹੋ ਗਿਆ, ਸਨਸ਼ਾਈਨ ਹੋ ਗਿਆ, ਰੇਨਫਾਲ ਹੋ ਗਿਆ, ਟੈਂਪਰੇਚਰ ਹੋ ਗਿਆ, ਸੋਇਲ ਹੋ ਗਈ, ਸਲੋਪ ਹੋ ਗਈ, ਤੇ ਅਰਥਵਾਰਮਸ ਜਿਹੜੇ ਕੀੜੇ ਮਕੌੜੇ ਹੁੰਦੇ ਆ ਧਰਤੀਆਂ ਦੇ ਵਿੱਚੋਂ ਨਿਕਲਦੇ ਆ। ਹਿਊਮਨ ਇਨਪੁੱਟਸ ਕਿਹੜੇ ਕਿਹੜੇ ਨੇ, ਜਿਵੇਂ ਸਟੋਰੇਜ ਕਰਨਾ, ਲੇਬਰ ਆ, ਮਸ਼ੀਨਰੀ ਆ, ਕੈਮੀਕਲ ਨੇ, ਇਰੀਗੇਸ਼ਨਸ ਆ ਤੇ ਹਾਈਬ੍ਰਿਡ ਸੀਡਸ ਨੇ। ਇਹ ਸਾਰੇ ਜਿਹੜੇ ਨੇ ਹਿਊਮਨ ਮੇਡ ਇਨਪੁੱਟਸ ਨੇ। ਇਹਨਾਂ ਨੂੰ ਯੂਜ਼ ਕਰਕੇ ਅਸੀਂ ਪਲੱਗਿੰਗ ਕਰਦੇ ਹਾਂ, ਸੋਇਲਿੰਗ ਕਰਦੇ ਹਾਂ, ਸਪਰੇਇੰਗ ਕਰਦੇ ਹਾਂ ਤੇ ਹਾਰਵੈਸਟਿੰਗ ਕਰਦੇ ਹਾਂ, ਯਾਨੀ ਕਿ ਪਹਿਲਾਂ ਬੀਜਦੇ ਹਾਂ, ਫਿਰ ਉਹਨੂੰ ਉਗਾਉਂਦੇ ਹਾਂ, ਫਿਰ ਉਹ 'ਤੇ ਸਪਰੇਅ ਕਰਦੇ ਹਾਂ ਤੇ ਉਸ ਤੋਂ ਬਾਅਦ ਉਹਦੀ ਵਾਢੀ ਕਰਦੇ ਹਾਂ। ਕੀ ਆ, ਪ੍ਰੋਸੈਸਿੰਗ ਐਗਰੀਕਲਚਰ ਦੀ। ਫਿਰ ਆਊਟਪੁੱਟ ਸਾਡੇ ਕੋਲ ਕੀ ਨਿਕਲ ਕੇ ਆਉਂਦੇ, ਜਿਵੇਂ ਕ੍ਰੌਪਸ ਨਿਕਲ ਆਉਂਦੀਆਂ ਨੇ, ਡੇਅਰੀ ਪ੍ਰੋਡਕਟ ਹੋ ਗਏ, ਫਿਸ਼ ਹੋ ਗਿਆ, ਮੀਟ ਹੋ ਗਿਆ, ਬੂਲ ਹੋ ਗਿਆ, ਐਗਸ ਹੋ ਗਏ, ਚਿਕਨ ਹੋ ਗਏ ਤੇ ਟਿੰਬਰ ਹੋ ਗਏ। ਇਹ ਸਾਰੀਆਂ ਸਾਡੀਆਂ ਕੀ ਨਿਕਲ ਕੇ ਆਉਂਦੀਆਂ, ਫਸਲਾਂ ਨਿਕਲ ਕੇ ਆਉਂਦੀਆਂ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ, ਜਿਸ ਤਰ੍ਹਾਂ ਦੀ ਅਸੀਂ ਖੇਤੀ ਕਰਾਂਗੇ ਉਹ ਜਿਹੇ ਸਾਨੂੰ ਪ੍ਰੋਡਕਟ ਮਿਲ ਜਾਂਦੇ ਆ। ਉਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਦੇ ਵਿੱਚ, ਐਕਟੀਵਿਟੀ ਆਫ ਦੀ ਫਾਰਮਰ ਹੈਜ਼ ਟੂ ਡੂ। ਜਿਹੜੇ ਫਾਰਮਰ ਨੇ ਉਹ ਕਿਸ ਤਰੀਕੇ ਦਾ ਕੰਮ ਕਰਦੇ, ਜਿਵੇਂ ਪਲੈਗਿੰਗ ਆਫ ਦੀ ਫੀਲਡ। ਪਹਿਲਾਂ ਪੂਰਾ ਜਿਹੜਾ ਖੇਤੀ ਆ ਉਹਨੂੰ ਪੂਰੀ ਤਰ੍ਹਾਂ ਵਾਹੁੰਦੇ ਆ, ਫਿਰ ਉਹਦੇ ਵਿੱਚ ਜਿਹੜੇ ਸੀਡਸ ਨੇ ਪਾ ਦਿੰਦੇ ਆ, ਫਿਰ ਉਹਦੇ ਵਿੱਚ ਇਮੀਗ੍ਰੇਸ਼ਨ ਕਰਕੇ ਜਿਹੜੀ ਲੈਂਡ ਆ ਉਹਨੂੰ ਸਿੰਜਦੇ ਆ, ਫਿਰ ਉਹ ਕ੍ਰੌਪਸ ਨੂੰ ਬਚਾਉਣ ਦੇ ਲਈ ਉਹਦੇ ਵਿੱਚ ਪੈਸਟ ਯੂਜ਼ ਕਰਦੇ ਆ, ਫਿਰ ਉਹਦੇ ਵਿੱਚ ਜਿਹੜੇ ਹੋਰ ਜਿਹੜੇ ਅਨਿੱਛਿਤ
ਜਿਹੜੇ ਬੀਡਸ ਉਖੜਦੇ ਆ, ਅਨਵਾਂਟਡ ਪਲਾਂਟਸ ਹੁੰਦੇ ਆ, ਉਹਨੂੰ ਖਤਮ ਕਰਨਾ, ਫਿਰ ਉਹਨੂੰ ਕੀ ਆ ਫਸਲ ਪੱਕ ਜਾਂਦੀ ਆ ਉਹਨੂੰ ਵੱਢਣਾ, ਹਾਰਵੈਸਟਿੰਗ, ਫਿਰ ਉਹਨੂੰ ਸਟੋਰੇਜ ਕਰਨਾ, ਫਿਰ ਟਰਾਂਸਪੋਰਟ ਕਰਕੇ ਮਾਰਕੀਟ ਤੱਕ ਪਹੁੰਚਾਉਣਾ ਤੇ ਉੱਥੋਂ ਆਪਣੀ ਇਨਕਮ ਜਨਰੇਟ ਕਰਨਾ। ਫਿਰ ਅਗਲਾ ਸਰਕਲ ਫਿਰ ਇਸੇ ਤਰੀਕੇ ਨਾਲ ਹੀ ਸਟਾਰਟ ਹੋ ਜਾਂਦਾ ਤੇ ਅਗਲੀ ਫਸਲ ਜਿਹੜੀ ਉਹ ਵੱਢਣ ਲਈ ਤਿਆਰ ਹੋ ਜਾਂਦੀ ਆ। ਸਾਨੂੰ ਕਿਹੜੇ ਪੁਆਇੰਟਸ ਰਿਮੈਂਬਰ ਰੱਖਣੇ ਪੈਂਦੇ? ਐਗਰੀਕਲਚਰ ਜਿਹੜਾ ਸੀ ਇਹ ਪੁਰਾਣਾ, ਸਭ ਤੋਂ ਪੁਰਾਣੇ ਟਾਈਮ ਤੋਂ ਚੱਲੀ ਆ ਰਹੀ ਐਕਟੀਵਿਟੀ ਆ ਕੰਟਰੀ ਦੇ ਵਿੱਚ, ਤੇ ਇਹਦੇ ਮੈਥਡ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਪੁਰਾਣੇ ਵੀ ਨੇ, ਤੇ ਸਾਨੂੰ ਫਿਜ਼ੀਕਲ ਇਨਵਾਇਰਨਮੈਂਟ ਤੇ ਟੈਕਨੋਲੋਜੀ ਹੋਰ ਵੀ ਚੀਜ਼ਾਂ ਇਹਨੂੰ ਇਫੈਕਟ ਕਰਦੀਆਂ ਨੇ। ਇਹ ਵੇਰੀ ਕਰਦੀ ਆ ਸਬਸਟੈਂਸ ਜਿਹੜੀ ਕਿ ਐਗਰੀਕਲਚਰ ਕਿਸ ਤਰ੍ਹਾਂ ਦੀ ਕਰਨੀ ਚਾਹੁੰਦੇ ਹੋ, ਤੁਸੀਂ ਸਬਸਟੈਂਸ਼ੀਅਲ ਕਰਨਾ ਚਾਹੁੰਦੇ ਹੋ ਜਾਂ ਫਾਰਮਿੰਗ ਕਰਨਾ, ਕਮਰਸ਼ੀਅਲ ਕਰਨਾ ਚਾਹੁੰਦੇ ਹੋ, ਵਪਾਰਿਕ ਖੇਤੀ। ਤੇ ਪ੍ਰੈਜ਼ੈਂਟ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀ ਫਾਰਮਿੰਗ ਆ ਉਹਦਾ ਸਿਸਟਮ ਬਹੁਤ ਜ਼ਿਆਦਾ ਇੰਪਰੂਵ ਹੋਇਆ ਤੇ ਕਾਫੀ ਜ਼ਿਆਦਾ ਵਧੀਆ ਟਿੱਕਾਂ ਚੱਲ ਪਈਆਂ ਨੇ। ਜਿਵੇਂ ਟਾਈਪਸ ਆਫ ਫਾਰਮਿੰਗ ਦੱਸਿਆ ਹੋਇਆ, ਦੇਖੋ ਫਾਰਮਿੰਗ ਜਿਹੜੀ ਅੱਗੇ ਹਿੱਸਿਆਂ ਦੇ ਵਿੱਚ ਵੰਡੀ ਹੈ, ਜਿਵੇਂ ਸਬਸਟੈਂਸ ਫਾਰਮਿੰਗ, ਉਸ ਤੋਂ ਬਾਅਦ ਹੈ ਕਮਰਸ਼ੀਅਲ ਫਾਰਮਿੰਗ। ਸਬਸਟੈਂਸ ਫਾਰਮਿੰਗ ਵੀ ਅੱਗੇ 2 ਕੈਟਾਗਰੀਜ਼ ਦੇ ਵਿੱਚ ਵੰਡੀਆਂ ਗਈਆਂ ਨੇ। ਦੇਖੋ ਪਹਿਲੀ ਕਿਹੜੀ ਆ, ਇੰਟੈਂਸਿਵ ਪ੍ਰਾਇਮੇਟਿਵ ਸਬਸਟੈਂਸ, ਦੈਨ ਉਹਨੂੰ ਵੀ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਕਿਹੜੀ ਆ, ਸ਼ਿਫਟਡ ਕਲਟੀਵੇਟਡ, ਦੈਨ ਨੋਮੈਂਟਿਕ ਹੋਰਡਰਿੰਗ। ਉਸ ਤੋਂ ਬਾਅਦ ਕਮਰਸ਼ੀਅਲ ਜਿਹੜੀਆਂ ਨੇ ਅੱਗੇ ਵੰਡੀਆਂ ਗਈਆਂ ਨੇ, ਜਿਵੇਂ ਕਮਰਸ਼ੀਅਲ ਗ੍ਰੇਨ ਫਾਰਮਿੰਗ, ਮਿਕਸਡ ਫਾਰਮਿੰਗ, ਦੈਨ ਉਸ ਤੋਂ ਬਾਅਦ ਸਾਡੇ ਕੋਲ ਹੈ ਪਲਾਂਟੇਸ਼ਨ ਐਗਰੀਕਲਚਰ। ਤੇ ਇਹ ਸਾਰੇ ਅਸੀਂ ਅੱਗੇ ਜਾ ਕੇ ਇਹਨੂੰ ਪੜ੍ਹਾਂਗੇ। ਦੇਖੋ ਟਾਈਪਸ ਆਫ ਐਗਰੀਕਲਚਰ ਜਿਹੜੇ ਸਾਡੇ ਲਈ ਨੇ, ਪਰਮਾਨੈਂਟ ਐਗਰੀਕਲਚਰ ਉਹ ਐਗਰੀਕਲਚਰ ਜਿਹੜੀ ਕਿ ਅਸੀਂ ਪਰਮਾਨੈਂਟਲੀ ਵਰਕ ਕਰਦੇ ਜਾ ਰਹੇ ਹਾਂ, ਜਾਂ ਉਹਨੂੰ ਲਗਾਤਾਰ ਜਿਹੜਾ ਬੀਜਣਾ ਤੇ ਵੱਢਣਾ ਇਹ ਜਿਹੜਾ ਸਾਡਾ ਕੰਮ ਜਿਹੜਾ ਵਾ ਉਹ ਚੱਲਦਾ ਰਹਿੰਦਾ ਵਾ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪਰਮਾਨੈਂਟ ਤੇ ਵਧੀਆ ਉਪਜਾਊ ਧਰਤੀ ਹੁੰਦੀ ਆ। ਉਸ ਤੋਂ ਬਾਅਦ ਹੈ ਡਰਾਈ ਐਗਰੀਕਲਚਰ। ਇਹ ਕਿਹੜੀ ਹੁੰਦੀ ਆ, ਜਿਹਦੇ ਵਿੱਚ ਜਿਹੜਾ ਸਰਫੇਸ ਹੁੰਦਾ ਵਾ ਏਰੀਆ ਬਹੁਤ ਜ਼ਿਆਦਾ ਘੱਟ ਰੇਨਫਾਲ ਹੁੰਦਾ, ਅਰਾਊਂਡ 50 ਡਿਗਰੀ ਸੈਲਸੀਅਸ ਤੋਂ ਵੀ ਘੱਟ ਜਿਹੜਾ ਟੈਂਪਰੇਚਰ ਹੁੰਦਾ ਵਾ ਉਹ ਯੂਜ਼ ਕੀਤਾ ਜਾਂਦਾ, ਜਾਂ ਉੱਥੇ ਰੇਨਫਾਲ ਹੁੰਦੀ ਆ ਤੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ, ਉਹਨੂੰ ਡਰਾਈ ਫਾਰਮਿੰਗ ਐਗਰੀਕਲਚਰ ਕਿਹਾ ਜਾਂਦਾ। ਇੰਟੈਂਸਿਵ ਐਗਰੀਕਲਚਰ, ਇਹਦੇ ਵਿੱਚ ਕੀ ਹੁੰਦਾ ਵਾ, ਅਸੀਂ ਜਿਹੜਾ ਵਾ ਇੱਕ ਜਾਂ ਇੱਕ ਤੋਂ ਵੱਧ ਪੀਸ ਦੀ ਜਾਂ ਐਗਰੀਕਲਚਰ ਜਿਹੜੀ ਆ ਉਹ ਕਰਾਉਂਦੇ ਹਾਂ, ਜਾਣੀ ਕਿ ਇੱਕ ਟਾਈਮ ਦੇ ਵਿੱਚ, ਇੱਕ ਸਾਲ ਦੇ ਵਿੱਚ ਅਸੀਂ ਇੱਕ ਜਾਂ ਇੱਕ ਤੋਂ ਵੱਧ ਐਗਰੀਕਲਚਰ ਕਰਦੇ ਹਾਂ, ਜਾਂ ਉਹਦੇ ਵਿੱਚ ਹੀ 2 ਫਸਲਾਂ ਬੀਜ ਲੈਂਦੇ ਹਾਂ, ਤਾਂ ਉਹਨੂੰ ਇੰਟੈਂਸਿਵ ਐਗਰੀਕਲਚਰ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਹੈ ਮਿਕਸਡ ਐਗਰੀਕਲਚਰ, ਜਿਹਦੇ ਵਿੱਚ 2 ਜਾਂ 2 ਤੋਂ ਵੱਧ ਫਸਲਾਂ ਜਿਹੜੀਆਂ ਨੇ ਉਹ ਇਕੱਠੀਆਂ ਉਗਾਈਆਂ ਜਾਂਦੀਆਂ ਨੇ, ਜਿਵੇਂ ਫਰੂਟਸ ਹੋ ਗਏ, ਵੈਜੀਟੇਬਲ ਹੋ ਗਏ, ਇੱਕੋ ਹੀ ਜਗ੍ਹਾ ਦੇ ਉੱਤੇ, ਤਾਂ ਉਹਨੂੰ ਮਿਕਸਡ ਫਾਰਮਿੰਗ ਕਿਹਾ ਜਾਂਦਾ। ਪ੍ਰਾਈਵੇਟ ਟਾਈਪਸ ਆਫ ਫਾਰਮਿੰਗ, ਇਹਦੇ ਵਿੱਚ ਕੀ ਹੁੰਦਾ, ਇੱਕ ਪ੍ਰਾਈਵੇਟ ਪਰਸਨਸ ਦੇ, ਜਾਣੀ ਕਿ ਇਕੱਲਾ ਬੰਦਾ ਜਿਹੜਾ ਆਪਣਾ ਐਗਰੀਕਲਚਰ ਇਹ ਲੈਂਡ ਜਿਹੜੀ ਆ ਉਹ ਲੈ ਲੈਂਦਾ ਵਾ ਤੇ ਉਹਦੇ ਉੱਤੇ ਵਰਕ ਕਰਦਾ ਵਾ, ਤਾਂ ਉਹਨੂੰ ਪ੍ਰਾਈਵੇਟ ਐਗਰੀਕਲਚਰ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਹੈ ਕਲੈਕਟਿਵ ਟਾਈਪਸ ਆਫ ਐਗਰੀਕਲਚਰ। ਇਹਦੇ ਵਿੱਚ ਨੰਬਰ ਆਫ ਪਰਸਨ ਜਿਹੜੇ ਹੁੰਦੇ ਆ ਉਹ ਇਕੱਠੇ ਹੋ ਜਾਂਦੇ ਆ, ਇਕੱਠੇ ਹੋ ਕੇ ਜਿਹੜੀ ਐਗਰੀਕਲਚਰ ਕਰਦੇ ਆ ਤੇ ਉਹਦੇ ਵਿੱਚ ਜਿਹੜਾ ਆਪਣਾ ਵਰਕ ਆ ਉਹ ਕਰਾਉਂਦੇ ਆ। ਉਸ ਤੋਂ ਬਾਅਦ ਹੈ ਸਬਸਟੈਂਸ ਫਾਰਮਿੰਗ। ਇਹ ਫਾਰਮਿੰਗ ਜਿਹੜੀ ਹੁੰਦੀ ਆ ਇਹ ਡੀਲ ਕਰਦੀ ਆ ਜਿਹਦੇ ਵਿੱਚ ਸਮਾਲ ਹੋਲਡਿੰਗ ਫਾਰਮਰਸ ਹੁੰਦੇ ਆ, ਯਾਨੀ ਕਿ ਜਿਨ੍ਹਾਂ ਕੋਲ ਸਮਾਲ ਲੈਂਡਸ ਹੁੰਦੀਆਂ, ਉਹਨਾਂ ਨੂੰ ਇਕੱਠਾ ਕੀਤਾ ਜਾਂਦਾ, ਇਕੱਠੇ ਕਰਕੇ ਫਿਰ ਉਹਨਾਂ ਨੂੰ, ਤਾਂ ਜੋ ਕੀ ਆ ਉਹਨਾਂ ਦੀ ਇਕਨੋਮਿਕ ਤੇ ਸੋਸ਼ਲ ਕੰਡੀਸ਼ਨ ਨੂੰ ਵਧੀਆ ਬਣਾ ਕੇ ਐਗਰੀਕਲਚਰ ਵਧੀਆ ਢੰਗ ਨਾਲ ਕੀਤੀ ਜਾ ਸਕੇ। ਉਸ ਤੋਂ ਬਾਅਦ ਹੈਗੀ ਆ ਸ਼ਿਫਟਡ ਫਾਰਮਿੰਗ, ਵੀ ਜਿਹੜੀ ਅਸੀਂ ਸ਼ਿਫਟ ਕਰਦੇ ਰਹਿੰਦੇ ਹਾਂ, ਹਰੇਕ ਚੀਜ਼ ਨੂੰ ਨਵੀਂ ਤੋਂ ਨਵੀਂ ਚੀਜ਼ ਜਿਹੜੀ ਆ ਉਹ ਚੇਂਜ ਕਰਦੇ ਰਹਿੰਦੇ ਆ। ਉਸ ਤੋਂ ਬਾਅਦ ਹੈਗੀ ਆ ਬੈਟ ਐਗਰੀਕਲਚਰ, ਜਿੱਥੇ ਬਹੁਤ ਜ਼ਿਆਦਾ ਮੀਂਹ ਪੈਂਦਾ ਵਾ ਤਾਂ ਉੱਥੇ ਯੂਜ਼ ਕੀਤੀ ਜਾਂਦੀ ਆ। ਐਕਸਟੈਂਸਿਵ ਐਗਰੀਕਲਚਰ ਹੁੰਦੀ ਹੈ ਜਿੱਥੇ ਲੈਂਡ ਹੋਲਡਿੰਗ ਬਹੁਤ ਜ਼ਿਆਦਾ ਹੁੰਦੀ ਹੈ, ਲੰਬੇ ਲੈਂਡਸ ਹੁੰਦੇ ਆ, ਤੇ ਉਹਦੇ ਵਿੱਚ ਜਿਹੜੀ ਐਗਰੀਕਲਚਰ ਕੀਤੀ ਉਹ ਵਿਦ ਦੀ ਹੈਲਪ ਆਫ ਮਸ਼ੀਨਰੀ ਕੀਤੀ ਜਾਊ ਜਾਂ ਮਸ਼ੀਨ ਦੇ ਥਰੂ ਕੀਤੀ ਜਾਂਦੀ ਆ, ਤਾਂ ਉਹਨੂੰ ਐਕਸਟੈਂਸਿਵ ਐਗਰੀਕਲਚਰ ਕਿਹਾ ਜਾਂਦਾ। ਹਾਰਟੀਕਲਚਰ ਜਿਹੜੀ ਹੁੰਦੀ ਆ, ਜਿਹੜੀ ਕਿ ਫਲਾਂ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਆ, ਉਹਨੂੰ ਅਸੀਂ ਹਾਰਟੀਕਲਚਰ ਕਹਿੰਦੇ ਆ। ਕੋਆਪਰੇਟਿਵ ਐਗਰੀਕਲਚਰ, ਜਿਹਦੇ ਵਿੱਚ 1 ਜਾਂ 2 ਪਰਸਨ ਇਕੱਠੇ ਮਿਲ ਕੇ ਕੋਆਪਰੇਸ਼ਨ ਦੇ ਨਾਲ ਐਗਰੀਕਲਚਰ ਕਰਦੇ ਆ, ਤਾਂ ਉਹਨੂੰ ਕੋਆਪਰੇਟਿਵ ਐਗਰੀਕਲਚਰ ਕਿਹਾ ਜਾਂਦਾ। ਪਲਾਂਟੇਸ਼ਨ, ਜਿਵੇਂ ਕਿ ਸਾਡੇ ਵਿੱਚ ਫਰੂਟਸ ਲਗਾ ਲੈਣੇ, ਜਿਵੇਂ ਗ੍ਰੇਪਸ ਦਾ ਪਲਾਂਟਸ ਹੋ ਗਏ, ਜਾਂ ਫਿਰ ਹੋਰ ਕਈ ਚੀਜ਼ਾਂ ਦੇ ਜਿਹੜੇ ਜਿਨ੍ਹਾਂ ਤੋਂ ਅਸੀਂ ਕੀ ਆ ਫਰੂਟਸ ਜਾਂ ਵੈਜੀਟੇਬਲ ਲਗਾ ਲੈਂਦੇ ਹਾਂ, ਤਾਂ ਉਹਨੂੰ ਪਲਾਂਟਿੰਗ ਫਾਰਮਿੰਗ ਕਿਹਾ ਜਾਂਦਾ ਵਾ। ਕਮਰਸ਼ੀਅਲ ਫਾਰਮਿੰਗ ਕੁਛ ਅਜਿਹੀ ਫਾਰਮਿੰਗ ਜਿਹੜੀ ਕਿ ਵਪਾਰ ਦੇ ਪਰਪਸ ਨਾਲ ਕੀਤੀ ਜਾਂਦੀ ਹੈ, ਜਿਹਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਮਿਲੇਗਾ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕਮਰਸ਼ੀਅਲ ਫਾਰਮਿੰਗ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਆ ਦਿਖਾਇਆ ਗਿਆ ਪਰਮਾਨੈਂਟ ਫਾਰਮਿੰਗ ਕੀ ਹੁੰਦੀ ਆ। ਪਰਮਾਨੈਂਟ ਫਾਰਮਿੰਗ ਉਹ ਫਾਰਮਿੰਗ ਹੁੰਦੀ ਆ ਜਿਹੜੀ ਕਿ ਇੱਕ ਪਰਸਨ ਜਿਹੜਾ ਵਾ ਪ੍ਰੋਗਰੈਸਿਵ ਪਰਪਸ ਦੇ ਲਈ ਕਰਦਾ ਵਾ, ਜਿਹਦੇ ਵਿੱਚ ਉਹ ਜ਼ਿਆਦਾਤਰ ਬੇਸਡ ਕਿਹਦੇ ਉੱਤੇ ਹੁੰਦਾ, ਐਗਰੀਕਲਚਰ ਨੈਚੁਰਲ ਈਕੋਸਿਸਟਮ ਦੇ ਉੱਤੇ, ਯਾਨੀ ਕਿ ਕੁਦਰਤ ਦੇ ਉੱਤੇ ਬੇਸਡ ਹੁੰਦਾ ਵਾ, ਤੇ ਉਹ ਜ਼ਿਆਦਾਤਰ 1 ਜਾਂ 1 ਤੋਂ ਘੱਟ ਫਸਲਾਂ ਜਿਹੜੀਆਂ ਨੇ ਬੀਜਦੇ ਨੇ, ਤੇ ਇਹਦੇ ਵਿੱਚ ਜ਼ਿਆਦਾਤਰ ਟੇਕ ਕੇਅਰ ਉਹ ਜਿਹੜੇ ਰਿਸੋਰਸ ਅਵੇਲੇਬਲ ਹੁੰਦੇ ਆ ਧਰਤੀ ਦੇ ਲਈ, ਜਾਂ ਉਹਦੇ ਕੋਲ ਆਮ ਰਿਸੋਰਸ ਹੁੰਦੇ ਆ, ਤਾਂ ਉਹਦੇ ਲਈ ਕੀਤੀ ਜਾਂਦੀ ਆ। ਹੁਣ ਇਹ ਐਗਰੀਕਲਚਰ ਜਿਹੜੀ ਆ ਹੌਲੀ ਡਿਸਪੀਅਰ ਹੁੰਦੀ ਜਾ ਰਹੀ ਆ। ਉਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੀ ਫਾਰਮਿੰਗ ਵੱਲ। ਨੈਕਸਟ ਫਾਰਮਿੰਗ ਹੈ ਸਾਡੇ ਕੋਲ ਸਬਸਟੈਂਸ਼ੀਅਲ ਫਾਰਮਿੰਗ ਉਹ ਫਾਰਮਿੰਗ ਹੁੰਦੀ ਆ ਜਿਹਦੇ ਵਿੱਚ ਅਸੀਂ ਪ੍ਰੈਕਟਿਸ ਕਰਦੇ ਹਾਂ ਆਪਣੀ ਜਿਹੜੀਆਂ ਜ਼ਰੂਰਤਾਂ ਨੇ, ਫੈਮਿਲੀ ਦੀਆਂ ਜ਼ਰੂਰਤਾਂ ਉਹਨੂੰ ਪੂਰੀਆਂ ਕਰਨੀਆਂ, ਤੇ ਕੋਈ ਵੀ ਚੀਜ਼ ਅਸੀਂ ਸੇਲ ਨਹੀਂ ਕਰਦੇ, ਯਾਨੀ ਕਿ ਅਸੀਂ ਸਿਰਫ ਆਪਣੇ ਖਾਣ ਜੋਗਾ ਹੀ ਕਮਾ ਪਾਉਂਦੇ ਹਾਂ। ਇਹ ਟ੍ਰੈਡੀਸ਼ਨਲ ਸੀਗੀ, ਜਿਹਦੇ ਵਿੱਚ ਟੈਕਨੋਲੋਜੀ ਬਹੁਤ ਘੱਟ ਯੂਜ਼ ਕੀਤੀ ਜਾਂਦੀ ਸੀ, ਜ਼ਿਆਦਾਤਰ ਲੇਬਰ ਯੂਜ਼ ਕੀਤੀ ਜਾਂਦੀ ਸੀ। ਆ ਦਿਖਾਈ ਜਾ ਰਹੀ ਹੈ ਸਬਸਟੈਂਸ ਫਾਰਮਿੰਗ, ਜਿਹੜੀ ਕਿ ਬਲਦਾਂ ਦੁਆਰਾ ਹੁੰਦੀ ਸੀ। ਉਸ ਤੋਂ ਬਾਅਦ ਦੱਸਿਆ ਗਿਆ ਵੀ ਇਹ ਬਹੁਤ, ਇਹਦੇ ਵਿੱਚ ਸਮਾਲ ਆਊਟਪੁੱਟ ਹੁੰਦੀ ਹੈ, ਯਾਨੀ ਕਿ ਜਿਹੜਾ ਸਾਡਾ ਝਾੜ ਨਿਕਲਦਾ ਬਹੁਤ ਘੱਟ ਨਿਕਲਦਾ ਵਾ, ਤੇ ਇਹਨੂੰ ਫਰਦਰ ਕੈਟਾਗਰਾਈਜ਼ਡ ਕੀਤਾ ਗਿਆ, ਅੱਗੇ ਫਿਰ ਫਰਦਰ ਵੰਡਿਆ ਗਿਆ। ਦੇਖੋ ਕਿਹੜੀਆਂ ਦੇ ਵਿੱਚ ਵੰਡਿਆ ਗਿਆ। ਇੰਸਟੈਂਸਿਵ, ਜਿਹਦੇ ਵਿੱਚ ਅਸੀਂ ਇੰਸਟੈਂਟ ਜ਼ਿਆਦਾ ਵੱਡਾ ਕਰਾਂਗੇ। ਪ੍ਰੋਮੇਟਿਵ ਸਬਸਟੈਂਸਿੰਗ ਫਾਰਮਿੰਗ,
ਤੇ ਇਹ ਦੋ ਫਾਰਮਿੰਗਾਂ ਦੇ ਵਿੱਚ ਵੰਡਿਆ ਗਿਆ। ਦਿਖਾਇਆ ਗਿਆ ਐਗਰੀਕਲਚਰ ਜਿਹੜੀ ਫਾਰਮਿੰਗ ਹੈ ਇਹਨੂੰ ਅੱਗੇ ਦੋ ਹਿੱਸਿਆਂ ਦੇ ਵਿੱਚ ਹੋਰ ਵੰਡਿਆ ਗਿਆ, ਸ਼ਿਫਟਡ ਕਲਟੀਵੇਟਡ ਤੇ ਨੋਮੈਡਿਕ ਹੋਲਡਰਿੰਗ। ਤਾਂ ਇਹ ਤਰ੍ਹਾਂ ਦੀਆਂ ਕਲਚਰਿੰਗ ਹੁੰਦੀਆਂ ਨੇ। ਆ ਦਿਖਾਇਆ ਗਿਆ ਵਾ ਜਿਹਦੇ ਵਿੱਚ ਆਦੀਵਾਸੀਆਂ ਦੁਆਰਾ ਕੀਤੀ ਜਾਂਦੀ ਖੇਤੀ ਸੀਗੀ, ਤਾਂ ਉਹਨੂੰ ਨੋਮੈਡਿਕ ਕਿਹਾ ਜਾਂਦਾ ਸੀ ਐਗਰੀਕਲਚਰ। ਉਸ ਤੋਂ ਬਾਅਦ ਦੇਖਦੇ ਹਾਂ ਇੰਟੈਂਸਿਵ ਸਬਸਟੈਂਸਿਵ ਫਾਰਮਿੰਗ। ਇਹ ਫਾਰਮਿੰਗ ਜਿਹੜੀ ਸੀਗੀ ਇਹ ਸਮਾਲ ਪਲਾਟਸ ਜਾਂ ਐਗਰੀਕਲਚਰ ਦੇ ਵਿੱਚ ਕੀਤੀ ਜਾਂਦੀ ਸੀ ਤੇ ਬਹੁਤ ਜ਼ਿਆਦਾ ਲੇਬਰ ਲੱਗਦੀ ਹੁੰਦੀ ਸੀ। ਇਹਦੇ ਵਿੱਚ ਜਿਹੜੀ ਪ੍ਰੈਕਟਿਸ ਹੁੰਦੀ ਸੀ ਇਹਦੇ ਵਿੱਚ ਵਧੀਆ ਕੁਆਲਿਟੀ ਦਾ ਤੇ ਵਧੀਆ ਝਾੜ ਜਿਹੜਾ ਸੀ ਲੈਂਡ ਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਇਹਦੇ ਵਿੱਚ ਥੋੜ੍ਹੇ ਜਿਹੇ ਹੁਣ ਖਾਦਾਂ ਤੇ ਆਰਟੀਫਿਸ਼ੀਅਲ ਜਿਹੜੀ ਆਰਟੀਫਿਸ਼ੀਅਲ ਜਿਹੜੀ ਇਮੀਗ੍ਰੇਸ਼ਨ ਦੇ ਸਿਸਟਮ ਸੀਗੇ ਉਹ ਵੀ ਯੂਜ਼ ਕਰਨ ਲੱਗੇ, ਜਾਣੀ ਕਿ ਸਿੰਜਾਈ ਦੇ ਸਾਧਨ ਅਸੀਂ ਦੂਸਰੇ ਵੀ ਯੂਜ਼ ਕਰਨ ਲੱਗੇ, ਕੁਦਰਤ ਦੇ ਉੱਤੇ ਬੇਸ ਨਹੀਂ ਸੀਗੇ। ਆ ਦਿਖਾਈ ਗਈ ਆ ਸਬਸਟੈਂਸ, ਇਹ ਦਿਖਾਈ ਗਈ ਆ ਇੰਟੈਂਸਿਵ ਸਬਸਟੈਂਸਿਵ ਫਾਰਮਿੰਗ। ਉਸ ਤੋਂ ਬਾਅਦ ਇਹ ਲੌਂਗਰ ਡੇ ਦੇ ਵਿੱਚ ਸਨਸ਼ਾਈਨ ਦੇ ਵਿੱਚ ਜਿਹੜੀ ਫਰਟਾਈਲ ਸੋਇਲ ਸੀਗੀ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਤੇ ਇਹਦੇ ਵਿੱਚ ਐਨੂਅਲੀ ਜਿਹੜਾ ਸੀ ਅਸੀਂ ਇੱਕ ਹੀ ਏਰੀਆ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਫਸਲਾਂ ਵੀ ਬੀਜ ਸਕਦੇ ਸੀਗੇ। ਉਸ ਤੋਂ ਬਾਅਦ ਹੈ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਖੇਤੀ ਕੀਤੀ ਜਾਂਦੀ ਸੀ ਉਹ ਰਾਈਸ ਬੀਟਸ ਤੇ ਮਿਜੀਸ ਪਰਲਸ ਤੇ ਆਇਲ ਸੀਡ ਦੀ ਕੀਤੀ ਜਾਂਦੀ ਹੈ। ਆ ਦਿਖਾਈ ਗਈ ਹੈ ਸਾਰੀ ਇਹਨਾਂ ਦੀਆਂ ਹੀ ਟਾਈਪਸ ਨੇ। ਇਹ ਕੀ ਨੇ? ਇੰਟੈਂਸਿਵ ਸਬਸਟੈਂਸ ਨੇ। ਉਸ ਤੋਂ ਬਾਅਦ ਦੱਸਿਆ ਗਿਆ ਵੀ ਇਹ ਜ਼ਿਆਦਾਤਰ ਪਾਪੂਲੇਸ਼ਨ ਇਹ ਉੱਥੇ ਹੁੰਦੀ ਸੀ ਜਿੱਥੇ ਕੀ ਸੀ ਬਹੁਤ ਜ਼ਿਆਦਾ ਪਾਪੂਲੇਸ਼ਨ ਹੁੰਦੀ ਸੀ। ਜ਼ਿਆਦਾਤਰ ਇਹ ਸਾਊਥਰਨ ਈਸਟ ਏਸ਼ੀਆ ਦੇ ਵਿੱਚ ਇਹੋ ਜਿਹੀ ਖੇਤੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ। ਉਸ ਤੋਂ ਬਾਅਦ ਇਹਦੇ ਵਿੱਚ ਐਬਸੈਂਸ ਹੁੰਦੇ ਸੀ ਰਿਸੋਰਸ ਆਫ ਲਿਵਿੰਗਹੁੱਡਸ ਵੀ, ਜਾਣੀ ਕਿ ਜਿਹੜੇ ਹੋਰ ਲਿਵਿੰਗਹੁੱਡ ਦੇ ਜਿਹੜੀਆਂ ਚੀਜ਼ਾਂ ਸੀ ਉਹਨੂੰ ਇਹਦੇ ਵਿੱਚ ਨਹੀਂ ਇਨਕਲੂਡ ਕੀਤਾ ਜਾਂਦਾ ਸੀ। ਤੇ ਇਹਦੇ ਵਿੱਚ ਹਿਊਜ ਪ੍ਰੈਸ਼ਰ ਹੁੰਦਾ ਸੀ ਐਗਰੀਕਲਚਰ ਲੈਂਡ ਦੇ ਉੱਤੇ ਤੇ ਇਹਦੇ ਵਿੱਚ ਜ਼ਿਆਦਾਤਰ ਖੇਤੀ ਕੀਤੀ ਜਾਂਦੀ ਸੀ। ਆ ਦਿਖਾਇਆ ਗਿਆ ਏਰੀਆ ਜਿਹੜੇ ਏਰੀਆ ਦੇ ਵਿੱਚ ਜ਼ਿਆਦਾਤਰ ਖੇਤੀ ਕੀਤੀ ਜਾਂਦੀ ਆ। ਸਾਡੇ ਇੰਡੀਆ ਦਾ ਵੀ ਥੋੜ੍ਹਾ ਜਿਹਾ ਪਾਰਟ ਇਹਦੇ ਵਿੱਚ ਆਉਂਦਾ ਵਾ। ਉਸ ਤੋਂ ਬਾਅਦ ਹੈ ਪ੍ਰੋਮੇਟਿਵ ਸਸਟੈਂਸਿਵ ਫਾਰਮਿੰਗ। ਇਹ ਫਾਰਮਿੰਗ ਕੀ ਸੀ? ਇਹ ਪ੍ਰੈਕਟਿਸ ਸੀਗੀ ਜਿਹਦੇ ਵਿੱਚ ਫਾਰਮਰ ਜਿਹੜਾ ਆਪਣੇ ਫੈਮਿਲੀ ਦੀਆਂ ਨੀਡਸ ਜਾਂ ਸਮਾਲ ਲੈਂਡ ਦੇ ਉੱਤੇ ਆਪਣਾ ਸਿਰਫ ਘਰ ਦਾ ਹੀ ਗੁਜ਼ਾਰਾ ਕਰ ਪਾਉਂਦਾ ਸੀ। ਇਹਦੇ ਵਿੱਚ ਜਿਹੜੀ ਟੈਕਨੋਲੋਜੀ ਸੀ ਉਹ ਵੈਰੀ ਲੋ ਕੁਆਲਿਟੀ ਦੀ ਸੀਗੀਆਂ, ਯਾਨੀ ਕਿ ਜ਼ਿਆਦਾ ਇਹਦੇ ਵਿੱਚ ਖੇਤੀ ਵਧੀਆ ਢੰਗ ਨਾਲ ਨਹੀਂ ਹੁੰਦੀ ਸੀ। ਸਿਰਫ ਹਾਊਸ ਹੋਲਡ ਜਿਹੜੇ ਬੰਦੇ ਹੁੰਦੇ ਸੀ ਉਹੀ ਲੇਬਰ ਕਰਦੇ ਹੁੰਦੇ ਸੀ। ਅਤੇ ਜ਼ਿਆਦਾਤਰ ਫਾਰਮਿੰਗ ਜਿਹੜੀ ਸੀ ਉਹ ਮੌਨਸੂਨ ਦੇ ਉੱਤੇ ਬੇਸਡ ਹੁੰਦੀ ਸੀ, ਜਾਂ ਮਿੱਟੀ ਦੀ ਉਪਜਾਊ ਸ਼ਕਤੀ ਦੇ ਉੱਤੇ ਬੇਸਡ ਹੁੰਦੀ ਸੀ, ਜਾਂ ਸਾਡੇ ਇਨਵਾਇਰਮੈਂਟ ਕੰਡੀਸ਼ਨ ਦੇ ਉੱਤੇ ਬੇਸਡ ਹੁੰਦੀ ਸੀ। ਅਤੇ ਇਹਦੀ ਜਿਹੜੀ ਆਊਟਪੁੱਟ ਸੀ ਉਹ ਬਹੁਤ ਘੱਟ ਨਿਕਲ ਕੇ ਆਉਂਦੀ ਸੀ। ਹੁਣ ਇਹਦੇ ਵਿੱਚ ਜਿਵੇਂ ਦਿਖਾਇਆ ਗਿਆ ਇਹਦੀਆਂ ਟਾਈਪਸ ਕਿਹੜੀਆਂ ਨੇ, ਜਿਵੇਂ ਝੂਮਰਿੰਗ ਹੋ ਗਈ, ਪਲੰਪਾ ਹੋ ਗਈ, ਰੋਸਕਾ ਹੋ ਗਈ। ਇਹ ਕੁਝ ਕੁ ਟਾਈਪਸ ਸੀਗੀਆਂ ਜਿਹੜੀਆਂ ਇਹ ਖੇਤੀਆਂ ਕੀਤੀਆਂ ਜਾਂਦੀਆਂ ਸੀ। ਆਹ ਤੁਹਾਨੂੰ ਦਿਖਾਈਆਂ ਗਈਆਂ ਨੇ ਇਹੋ ਜਿਹੀਆਂ ਖੇਤੀਆਂ ਜਿਹੜੀਆਂ ਉਸ ਸਮੇਂ ਹੁੰਦੀਆਂ ਸੀ। ਉਸ ਤੋਂ ਬਾਅਦ ਸਲੈਸ਼ ਐਂਡ ਬਰਨ। ਇਹ ਤੋਂ ਬਾਅਦ ਸੀਗਾ ਵੀ ਜਿਹੜੀ ਵੀ ਫਸਲ ਤੁਸੀਂ ਉਗਾ ਲਈ, ਉਗਾਉਣ ਤੋਂ ਬਾਅਦ ਜਿਹੜਾ ਖੇਤ ਸੀ ਉਹ ਬਚ ਜਾਂਦਾ ਸੀ, ਉਹਨੂੰ ਕੀ ਕੀਤਾ ਜਾਂਦਾ ਸੀ? ਅੱਗ ਲਗਾ ਦਿੱਤਾ ਜਾਂਦਾ, ਜਿਵੇਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਕੀਤਾ ਜਾਂਦਾ ਵਾ। ਇਹ ਪ੍ਰੈਕਟਿਸ ਕੀ ਹੁੰਦੀ ਸੀ? ਪਹਿਲਾਂ ਅਸੀਂ ਜਿਹੜੀ ਲੈਂਡ ਹੁੰਦੀ ਸੀ ਜਿਵੇਂ ਉਹਦੇ ਵਿੱਚ ਫਸਲ ਬੀਜ ਲਈ, ਬੀਜਣ ਤੋਂ ਬਾਅਦ ਉਹਦੀ ਜਿਹੜੀ ਰਾਖ ਸੀਗੀ ਉਹਨੂੰ ਜਲਾ ਦੇਣਾ। ਸਭ ਤੋਂ ਪਹਿਲਾਂ ਅਸੀਂ ਜਲਾ ਦਿੰਦੇ ਹੁੰਦੇ ਸੀ। ਜਲਾਉਣ ਤੋਂ ਬਾਅਦ ਫਿਰ ਉਹਦੀ ਐਸ਼ ਨੂੰ ਖਤਮ ਕੀਤਾ ਜਾਂਦਾ ਸੀ, ਫਿਰ ਉਹ ਫੀਲਡ ਨੂੰ ਵਾਹਿਆ ਜਾਂਦਾ ਸੀ, ਫਿਰ ਉਹਦੇ ਵਿੱਚ ਕੁਛ ਨਾ ਕੁਛ ਫਸਲਾਂ ਬੀਜੀਆਂ ਜਾਂਦੀਆਂ ਸੀ। ਤਾਂ ਇਹਦੀ ਡਿਸਐਡਵਾਂਟੇਜ ਇਹ ਸੀ ਵੀ ਇਹਦੇ ਨਾਲ ਕੀ ਹੁੰਦਾ ਸੀ? ਐਗਰੀਕਲਚਰ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਅਤੇ ਸੋਇਲ ਦੀ ਫਰਟੀਲਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਸੀਗੀਆਂ। ਉਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਦੇ ਵਿੱਚ। ਮੈਪ ਸ਼ੋ ਹੁੰਦਾ ਵੀ ਇਹ ਕਿਹੜੇ ਏਰੀਆ ਦੇ ਵਿੱਚ ਸ਼ਿਫਟਡ ਕਲਟੀਵੇਟਿਵ ਕੀਤੀ ਜਾਂਦੀ ਆ। ਦਿਖਾਇਆ ਜਾ ਰਿਹਾ ਵੀ ਇੱਥੇ ਸ਼ਿਫਟਡ ਕਲਟੀਵੇਟਿਵ ਲੈਂਡਸ ਜਿਹੜੀਆਂ ਨੇ ਜਾਂ ਐਗਰੀਕਲਚਰ ਜਿਹੜੀ ਆ ਉਹ ਵਰਲਡ ਵਾਈਡ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਹੈ ਸਾਡੇ ਕੋਲ ਨੈਕਸਟ ਹੈ ਸਾਡੇ ਕੋਲ ਨੋਮੈਡਿਕ ਹੋਲਡਰਿੰਗ। ਇਹਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਥੋੜ੍ਹੇ ਜਿਹੇ ਸੈਮੀ ਏਰੀਆ ਸੀਗਾ, ਜਿਵੇਂ ਰਾਜਸਥਾਨ ਦਾ ਏਰੀਆ ਹੋ ਗਿਆ ਅਤੇ ਸੈਂਟਰਲ ਏਸ਼ੀਆ ਹੋ ਗਈ, ਕਸ਼ਮੀਰ ਹੋ ਗਈ। ਇਹੋ ਜਿਹੇ ਏਰੀਆ ਦੇ ਵਿੱਚ ਇਹ ਖੇਤੀ ਜਿਹੜੀ ਸੀ ਉਹ ਕੀਤੀ ਜਾਂਦੀ ਸੀ। ਆ ਦਿਖਾਇਆ ਗਿਆ ਏਰੀਆ ਜਿਹੜੇ ਕਿ ਸੈਂਟਰਲ ਏਸ਼ੀਆ ਦੇ ਵਿੱਚ ਜ਼ਿਆਦਾਤਰ ਇਹਦੇ ਕੰਮ ਕੀਤੇ ਜਾਂਦੇ ਸੀ। ਇਹਦੇ ਪ੍ਰੋਸੈਸ ਕੀ ਸੀ? ਇਹ ਕਿਸ ਤਰੀਕੇ ਨਾਲ ਹੁੰਦੀ ਸੀਗੀ? ਇਸ ਦੇ ਲਈ ਕੀ ਹੁੰਦਾ ਸੀ? ਇੱਕ ਪਲੇਸ ਤੋਂ ਦੂਜੀ ਪਲੇਸ ਤੱਕ ਜਿਹੜੇ ਐਨੀਮਲਸ ਦੇ ਥਰੂ ਜਿਹੜੇ ਪਾਣੀ ਜਾਂ ਹੋਰ ਚੀਜ਼ਾਂ ਦੀ ਵਿਵਸਥਾ ਕੀਤੀ ਜਾਂਦੀ ਸੀ ਅਤੇ ਉਹਦੇ ਨਾਲ ਖੇਤੀ ਕੀਤੀ ਜਾਂਦੀ ਸੀ। ਆ ਦਿਖਾਇਆ ਜਾ ਰਿਹਾ ਵਾ ਜਿਵੇਂ ਭੇਡਾਂ ਚਰਾਉਣੀਆਂ, ਅਤੇ ਇਹਦੀ ਮੂਵਮੈਂਟ ਕਿਹੜੀ ਹੁੰਦੀ ਸੀਗੀ? ਇਹਦੇ ਵਿੱਚ ਇੱਕ ਰੂਟ ਰਿਸਪੋਂਸੀਬਲ ਹੁੰਦਾ ਸੀ ਅਤੇ ਕਲਾਈਮੇਟ ਕੰਡੀਸ਼ਨ ਨੂੰ ਦੇਖ ਕੇ ਉਹ ਆਪਣੀ ਜਿਹੜੀ ਜਗ੍ਹਾ ਸੀ ਉਹ ਚੇਂਜ ਕਰਦੇ ਰਹਿੰਦੇ ਸੀ। ਇਹਦੇ ਵਿੱਚ ਜ਼ਿਆਦਾਤਰ ਭੇਡਾਂ ਪਾਲਣੀਆਂ ਜਾਂ ਕੈਮਲਸ ਜਾਂ ਹੋਰ ਚੀਜ਼ਾਂ ਦੀ ਹੀ ਖੇਤੀ ਕੀਤੀ ਜਾਂਦੀ ਸੀ ਅਤੇ ਇਹਨਾਂ ਨੂੰ ਵਰਤਿਆ ਜਾਂਦਾ ਸੀ ਇਹਨਾਂ ਦੇ ਮੀਟ ਅਤੇ ਮਿਲਕ ਦੇ ਲਈ ਅਤੇ ਵੁਲਨ ਦੇ ਲਈ। ਇਹ ਜ਼ਿਆਦਾਤਰ ਆਦੀਵਾਸੀ ਜਾਂ ਜਿਹੜੇ ਪਿਛੜੇ ਹੋਏ ਲੋਕ ਸੀ ਇਹ ਕੰਮ ਕਰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਹੈ ਕਮਰਸ਼ੀਅਲ ਕ੍ਰੌਪਸ। ਕਮਰਸ਼ੀਅਲ ਕ੍ਰੌਪਸ ਕਿਹੜੀਆਂ ਹੁੰਦੀਆਂ ਸੀ? ਉਹ ਕ੍ਰੌਪਸ ਜਿਨ੍ਹਾਂ ਦਾ ਏਰੀਆ ਜ਼ਿਆਦਾ ਹੁੰਦਾ ਸੀ, ਕੈਪੀਟਲ ਬਹੁਤ ਜ਼ਿਆਦਾ ਯਾਨੀ ਕਿ ਪੈਸਾ ਬਹੁਤ ਲੱਗਦਾ ਸੀ ਅਤੇ ਮਸ਼ੀਨਾਂ ਨਾਲ ਹੀ ਖੇਤੀ ਕੀਤੀ ਜਾਂਦੀ ਸੀ। ਇਹ ਖੇਤੀ ਕੀਤੀ ਜਾਂਦੀ ਸੀ ਸੇਲ ਪਰਪਜ਼ ਦੇ ਲਈ, ਜਿਹਦੇ ਨਾਲ ਉਹਨਾਂ ਨੂੰ ਪੈਸਾ ਮਿਲੇ। ਇਹਦੇ ਲਈ ਅਸੀਂ ਮਾਡਰਨ ਖੇਤੀ ਦੇ ਵਿੱਚ ਆ ਗਏ, ਜਿਵੇਂ ਹਾਈਬ੍ਰਿਡ ਸੀਡਸ ਯੂਜ਼ ਕਰਨਾ, ਕੈਮੀਕਲ ਫਰਟੀਲਾਈਜ਼ਰ, ਪੈਸਟੀਸਾਈਡਸ ਯੂਜ਼ ਕਰਨੇ, ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਨੂੰ ਯੂਜ਼ ਕਰਕੇ ਪਲਾਂਟੇਸ਼ਨ ਕਰਨੀ, ਤਾਂ ਜੋ ਕੀ ਆ ਐਗਰੀਕਲਚਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਅਰਨ ਕੀਤਾ ਜਾ ਸਕੇ। ਹਾਈਬ੍ਰਿਡ ਬੀਜ ਯੂਜ਼ ਕਰਨ ਲੱਗੇ ਸੀਗੇ, ਕੈਮੀਕਲ ਫਰਟੀਲਾਈਜ਼ਰਸ, ਪੈਸਟੀਸਾਈਡ ਯੂਜ਼ ਕਰਨ ਲੱਗੇ ਸੀ। ਕਮਰਸ਼ੀਅਲ ਵੇਰੀਏਬਲਸ ਹੁੰਦੀਆਂ ਸੀ ਅਤੇ ਪਲਾਂਟੇਸ਼ਨ ਟਾਈਪਸ ਜਿਹੜੇ ਸੀ ਵਰਕ ਕਰਨੇ ਸ਼ੁਰੂ ਕਰਦੇ ਸੀ। ਇਹਦਾ ਮੇਨ ਮੋਟਿਵ ਕੀ ਸੀ? ਹਾਈ ਪ੍ਰੋਡਕਟਿਵਿਟੀ ਨੂੰ ਅਚੀਵ ਕਰਨਾ ਅਤੇ ਹਾਈ ਪ੍ਰੋਫਿਟ ਨੂੰ ਅਰਨ ਕਰਨਾ। ਇਹ ਉਹਨਾਂ ਦਾ ਮੇਨ ਮੋਟਿਵ ਸੀ। ਆ ਦਿਖਾਇਆ ਗਿਆ ਜ਼ਿਆਦਾਤਰ ਰਾਈਸ ਜਿਹੜੀ ਉਹ ਕਮਰਸ਼ੀਅਲ ਏਰੀਆ ਸੀ, ਜਿਵੇਂ ਪੰਜਾਬ ਹਰਿਆਣੇ ਦੇ ਵਿੱਚ ਜ਼ਿਆਦਾਤਰ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਹੈ ਸਾਡੇ ਕੋਲ
ਨੈਕਸਟ ਹੈ ਸਾਡੇ ਕੋਲ ਕਮਰਸ਼ੀਅਲ ਕ੍ਰੌਪਸ ਜਾਂ ਗੇਨਸ ਜਾਂ ਐਕਸਟੈਂਸਿਵ ਫਾਰਮਿੰਗ। ਜਿਹੜੀਆਂ ਕਮਰਸ਼ੀਅਲ ਗ੍ਰੇਨ ਸੀਗੀਆਂ ਉਹ ਕੀ ਕੀਤਾ ਜਾਂਦਾ ਸੀ, ਜਿਵੇਂ ਕ੍ਰੌਪਸ ਨੂੰ ਗਰੋਨ ਕਰਨਾ ਕਮਰਸ਼ੀਅਲ ਪਰਪਸ ਲਈ, ਵਪਾਰ ਪਰਪਸ ਦੇ ਲਈ, ਜਿਵੇਂ ਆਹ ਦਿਖਾਇਆ ਗਿਆ ਵਾ ਕਣਕ ਵੱਢ ਰਹੇ ਨੇ, ਹਾਰਵੈਸਟਿੰਗ ਹੋ ਗਿਆ। ਅਤੇ ਉਸ ਤੋਂ ਬਾਅਦ ਮੇਨਲੀ ਜਿਹੜੇ ਇਹ ਏਰੀਆ ਹੁੰਦਾ ਸੀਗਾ ਇਹ ਜ਼ਿਆਦਾਤਰ ਉੱਥੇ ਹੁੰਦੇ ਜਿਵੇਂ ਨਾਰਥ ਅਮੈਰੀਕਾ ਹੋ ਗਿਆ, ਯੂਰਪ, ਏਸ਼ੀਆ, ਆਸਟ੍ਰੇਲੀਆ ਅਤੇ ਸਾਊਥ ਅਮਰੀਕਾ ਦੇ ਵਿੱਚ ਇਹ ਕੰਮ ਕੀਤਾ ਜਾਂਦਾ ਸੀ। ਇਹਦਾ ਮੈਪ ਦਿਖਾਇਆ ਗਿਆ ਵੀ ਇਹਦੇ ਵਰਲਡ ਵਾਈਡ ਜਿਹੜਾ ਏਰੀਆ ਵਾ ਆ ਸਿਰਫ ਇੰਨੇ ਕੁ ਏਰੀਆ ਦੇ ਵਿੱਚ ਇਹ ਖੇਤੀ ਜਿਹੜੀ ਕਮਰਸ਼ੀਅਲ ਪਰਪਸ ਲਈ ਕੀਤੀ ਜਾਣ ਲੱਗੀ ਸੀ। ਹੌਲੀ ਹੌਲੀ ਇਹ ਅੱਗੇ ਐਕਸਟੈਂਡ ਹੁੰਦੀ ਗਈ। ਹੁਣ ਇਹਦਾ ਏਰੀਆ ਜਿਹੜਾ ਉਹ 100 ਹੈਕਟੇਅਰ ਤੋਂ ਵੀ ਲਾਰਜ ਫਾਰਮਿੰਗ ਦੇ ਵਿੱਚ ਹੋਣ ਲੱਗ ਗਿਆ। ਦਿਖਾਇਆ ਜਾ ਰਿਹਾ ਵੀ ਕਿਸ ਤਰੀਕੇ ਨਾਲ ਮਸ਼ੀਨਾਂ ਨਾਲ ਬੜੀ ਈਜ਼ੀਲੀ ਇਹ ਖੇਤੀ ਕੀਤੀ ਜਾਂਦੀ ਸੀ। ਅਤੇ ਇਹ ਫਸਲ ਜਿਹੜੀ ਸੀ ਇਹ ਸੀਜ਼ਨ ਟੂ ਸੀਜ਼ਨ ਵੇਰੀ ਕਰਦੀ ਹੁੰਦੀ ਸੀ। ਕਿਸੇ ਸੀਜ਼ਨ ਦੇ ਵਿੱਚ ਦੂਜੀ ਕ੍ਰੌਪਸ ਅਤੇ ਦੂਜੀਆਂ ਕ੍ਰੌਪਸਾਂ ਲਗਾਈਆਂ ਜਾਂਦੀ ਸੀ, ਯਾਨੀ ਕਿ ਸਿੰਗਲ ਪਰਪਸ ਚੱਲਦੀਆਂ ਸੀ। ਬਟ ਜ਼ਿਆਦਾਤਰ ਇਹਦੇ ਵਿੱਚ ਸ਼ਿਫਟ ਕੀਤਾ ਜਾਂਦਾ ਸੀ ਤਾਂ ਜੋ ਕਿ ਉਹਦੀ ਫਰਟੀਲਿਟੀ ਬਣੀ ਰਹੇ। ਮਿਕਸਡ ਫਾਰਮਿੰਗ, ਜਿਹਦੇ ਵਿੱਚ ਲੈਂਡ ਦੇ ਵਿੱਚ ਜਿਹੜਾ ਸੀ ਅਸੀਂ ਫੂਡ ਪਰਪਸ ਦੇ ਲਈ ਅਤੇ ਹੋਰ ਵੀ ਜਿਹੜੀਆਂ ਚੀਜ਼ਾਂ ਸੀ ਉਹ ਲਗਾਈਆਂ ਜਾਂਦੀਆਂ ਤਾਂ ਜੋ ਕਿ ਆ ਫਰਟੀਲਿਟੀ ਬਣੀ ਰਹੇ। ਜਿਵੇਂ ਕਿ ਆ ਦਿਖਾਇਆ ਜਾ ਰਿਹਾ ਇੱਕ ਫਸਲ ਦੇ ਨਾਲ ਦੋ ਫਸਲਾਂ ਬੀਜਣੀਆਂ। ਇਹ ਜ਼ਿਆਦਾਤਰ USA, ਯੂਰਪ ਜਾਂ ਸਾਊਥ ਅਮਰੀਕਾ ਦੇ ਵਿੱਚ ਜ਼ਿਆਦਾਤਰ, ਜਾਂ ਸਾਊਥ ਅਫਰੀਕਾ ਦੇ ਵਿੱਚ ਜ਼ਿਆਦਾਤਰ ਕੀਤੀ ਜਾਂਦੀ ਸੀ। ਇਹ ਪ੍ਰਾਈਵੇਟ ਓਨਰਡ ਲੈਂਡ ਹੁੰਦੇ ਸੀ ਜਿਹਦੇ ਵਿੱਚ ਇਹ ਐਨੀਮਲਸ ਨੂੰ ਵੀ ਰੱਖਦੇ ਸੀ, ਪਲੱਸ ਉਹ ਚੀਜ਼ਾਂ ਨੂੰ ਯੂਜ਼ ਕਰਦੇ ਸੀ ਜਿਹਦੇ ਨਾਲ ਉਹ ਆਪਣੀ ਐਗਰੀਕਲਚਰ ਨੂੰ ਵੀ ਵਧਾ ਸਕਣ। ਆ ਦਿਖਾਇਆ ਗਿਆ ਤੁਹਾਨੂੰ ਵਰਲਡ ਏਰੀਆ ਜਿੱਥੇ ਜ਼ਿਆਦਾਤਰ ਯੂਜ਼ ਕੀਤੇ ਜਾਂਦੇ। USA ਦਾ ਏਰੀਆ ਜ਼ਿਆਦਾ ਇਹਦੇ ਵਿੱਚ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਹੈ ਪਲਾਂਟੇਸ਼ਨ, ਜਿਹਦੇ ਵਿੱਚ ਪਲਾਂਟਸ ਲਗਾਏ ਜਾਂਦੇ ਸੀਗੇ। ਜਿਵੇਂ ਸਾਡੇ ਕੋਲ ਕਾਟਨ ਹੋ ਗਈ ਅਤੇ ਉਸ ਤੋਂ ਬਾਅਦ ਸਾਡੇ ਕੋਲ ਪ੍ਰੋਸੈਸ ਹੁੰਦੇ ਜਿਵੇਂ ਟੀ ਹੋ ਗਿਆ। ਇਹਦੇ ਵਿੱਚ ਕੀ ਸੀ, ਲਾਰਜ ਏਰੀਆ ਚਾਹੀਦਾ ਸੀ। ਐਗਰੀਕਲਚਰ ਜਿਹੜੀ ਸੀ ਇਹ ਇੰਡਸਟਰੀ ਨੂੰ ਵੀ ਇਫੈਕਟ ਕਰਦੀ ਸੀ। ਇਹਦੇ ਨਾਲ ਲੇਬਰ ਅਤੇ ਕੈਪੀਟਲ ਦੋ ਹੀ ਜ਼ਿਆਦਾ ਯੂਜ਼ਫੁਲ ਹੁੰਦੀਆਂ ਸੀ। ਇਹ ਨੈਟਵਰਕ ਅਤੇ ਕਨੈਕਟੀਵਿਟੀ ਦੇ ਨਾਲ ਵਰਕ ਕਰਦੀ ਸੀ। ਪਲਾਂਟੇਸ਼ਨ ਦੇ ਵਿੱਚ ਅਸੀਂ ਡਿਫਰੈਂਟ ਪਲਾਂਟਸ ਲਗਾ ਕੇ ਉਹਦੀ ਵਰਕਿੰਗ ਕਰਦੇ ਸੀ। ਜ਼ਿਆਦਾਤਰ ਇਹਦੇ ਵਿੱਚ ਚਾਹ, ਕੌਫੀ ਅਤੇ ਕਾਟਨ ਜਿਹੜੀਆਂ ਸੀ ਉਹ ਵਰਕ ਹੁੰਦਾ ਸੀ। ਡੈਰੀ ਫਾਰਮਿੰਗ, ਜਿਹਦੇ ਵਿੱਚ ਡੈਰੀ ਨੂੰ ਪ੍ਰਮੋਟ ਕਰਨ ਦੇ ਲਈ ਕੰਮ ਕੀਤਾ ਗਿਆ। ਇਹਨੂੰ ਵਾਈਟ ਰੈਵੂਲੇਸ਼ਨ ਦੇ ਨਾਲ ਵੀ ਜਾਣਿਆ ਜਾਂਦਾ ਸੀ। ਅਤੇ ਅਮੂਲ ਜਿਹੜਾ ਵਾ ਗੁਜਰਾਤ ਦੇ ਵਿੱਚ ਸਟਾਰਟ ਹੋਇਆ, ਹੁਣ ਆਲ ਓਵਰ ਇੰਡੀਆ ਦੇ ਵਿੱਚ ਚੱਲ ਰਿਹਾ ਵਾ। ਅਤੇ ਇਹ ਵੀ ਇੱਕ ਵਾਈਟ ਰੈਵੂਲੇਸ਼ਨ ਦਾ ਫਾਰਮਿੰਗ ਦਾ ਹੀ ਇੱਕ ਹਿੱਸਾ ਬਣ ਗਈ ਸੀ। ਹੁਣ ਦਿਖਾਇਆ ਜਾ ਰਿਹਾ ਵਾ ਰਾਈਸ ਜਿਹੜੀ ਆ ਸਾਡੀ, ਹੁਣ ਅਸੀਂ ਗੱਲ ਕਰਾਂਗੇ ਕਿਹੜੀਆਂ ਕ੍ਰੌਪਸ ਸੀਗੀਆਂ ਸਾਡੇ ਇੰਡੀਆ ਦੇ ਵਿੱਚ ਜਿਹੜੀਆਂ ਯੂਜ਼ ਹੁੰਦੀਆਂ ਸੀ। ਸਭ ਤੋਂ ਜ਼ਿਆਦਾ ਜੇਕਰ ਅਸੀਂ ਗੱਲ ਕਰੀਏ ਰਾਈਸ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਿੱਥੇ ਹੋ ਰਹੀ ਹੈ, ਚਾਈਨਾ ਦੇ ਵਿੱਚ। ਚਾਈਨਾ ਜਿਹੜਾ ਵਾ ਨੰਬਰ 1 ਦੇ ਉੱਤੇ ਆ। ਇੰਡੀਆ ਜਿਹੜਾ ਵਾ ਉਹ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆ ਰਾਈਸ ਦਾ ਆਲ ਓਵਰ ਵਰਲਡ ਦੇ ਵਿੱਚ। ਇੰਡੋਨੇਸ਼ੀਆ ਜਿਹੜਾ ਵਾ ਉਹ 3rd ਰਾਈਸ ਪ੍ਰੋਡਿਊਸਰ ਆ। ਚਾਈਨਾ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਵਾ। ਅਤੇ ਇਹ ਐਗਰੀਕਲਚਰ ਲੈਂਡ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਦਿਖਾਇਆ ਜਾ ਰਿਹਾ ਰਾਈਸ ਪ੍ਰੋਡਕਸ਼ਨ ਅਤੇ ਏਰੀਆ ਇਹ ਉੱਥੇ ਜ਼ਿਆਦਾ ਹੁੰਦੀ ਹੈ ਜਿੱਥੇ ਮੀਂਹ ਜ਼ਿਆਦਾ ਪੈਂਦੇ ਆ। ਉਸ ਤੋਂ ਬਾਅਦ ਹੈ ਵੀਟ ਪ੍ਰੋਡਕਸ਼ਨ, ਜਿਹੜੀ ਸੀਗੀ ਉਹ ਕਿਹੜਾ ਏਰੀਆ ਸੀਗਾ। ਵੀਟ ਪ੍ਰੋਡਕਸ਼ਨ ਦਾ ਸਭ ਤੋਂ ਵੱਡਾ ਜਿਹੜਾ ਏਰੀਆ ਸੀ, ਵਰਲਡ ਦਾ ਲਾਰਜੈਸਟ ਏਰੀਆ ਜਿਹੜਾ ਸੀ ਉਹ ਚਾਈਨਾ ਯੂਜ਼ ਕਰਦਾ ਸੀ, ਯਾਨੀ ਕਿ ਚਾਈਨਾ ਦੇ ਵਿੱਚ ਹੁੰਦੀ ਸੀ। ਅਤੇ ਆਲ ਓਵਰ ਵਰਲਡ ਦੇ ਵਿੱਚ ਇਹਦੀ ਸਭ ਤੋਂ ਵੱਡੀ ਮਾਰਕੀਟ ਬਣਾਈ ਹੋਈ ਆ। ਫਿਰ ਇੰਡੀਆ ਜਿਹੜਾ ਵਾ ਉਹ ਸੈਕਿੰਡ ਨੰਬਰ 'ਤੇ ਆਉਂਦਾ। ਇੰਡੀਆ ਦੇ ਵਿੱਚ ਜਿਹੜੇ ਮੇਨ ਸਿਟੀਜ਼ ਨੇ, ਜਿਵੇਂ ਉੱਤਰ ਪ੍ਰਦੇਸ਼ ਹੋ ਗਿਆ, ਸਾਡਾ ਹੋ ਗਿਆ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਅਤੇ ਜਿਹੜੇ ਲੈਂਡ ਸੀ ਇੱਥੇ ਜਿਹੜਾ ਕਣਕ ਸੀ ਉਹ ਵਧੀਆ ਢੰਗ ਨਾਲ ਬੀਜੀ ਜਾਂਦੀ ਸੀ। ਉਸ ਤੋਂ ਬਾਅਦ ਏਰੀਆ ਦਿਖਾਇਆ ਗਿਆ ਵਾ ਸਾਡੇ USA, ਜਿੱਥੇ ਜ਼ਿਆਦਾਤਰ ਏਰੀਆ ਦਿਖਾਇਆ ਗਿਆ ਵਾ। ਇਹ ਪ੍ਰੋਡਕਸ਼ਨ ਹੈ ਸਾਡੀ ਮੀਜ ਦੀ, ਯਾਨੀ ਕਿ ਮੱਕੀ ਦੀ ਫਸਲ ਸਭ ਤੋਂ ਜ਼ਿਆਦਾ ਜਿਹੜੀ ਉੱਗਦੀ ਹੈ। ਕਿੱਥੇ ਉੱਗਦੀ ਹੈ, ਸਾਡੀ USA ਦੇ ਵਿੱਚ ਉੱਗਦੀ ਆ। ਵਰਲਡ ਦਾ ਲਾਰਜੈਸਟ ਏਰੀਆ ਵਾ। ਇੰਡੀਆ ਦੇ ਵਿੱਚ ਵੀ ਕਈ ਏਰੀਆ ਦਿਖਾਏ ਗਏ ਨੇ। ਜ਼ਿਆਦਾਤਰ ਆਹ ਵਾਲੇ ਜਿਹੜੇ ਏਰੀਆ ਨੇ ਮੈਂ ਤੁਹਾਨੂੰ ਹੁਣੀ ਦਿਖਾ ਰਿਹਾ ਵਾਂ, ਕੁਝ ਕੁ ਸਾਊਥ ਅਤੇ ਮਿਡ ਜਿਹੜਾ ਏਸ਼ੀਆ ਵਾ, ਮਿਡ ਇੰਡੀਆ ਵਾ, ਉੱਥੇ ਜ਼ਿਆਦਾਤਰ ਇਹਦੀ ਖੇਤੀ ਕੀਤੀ ਜਾਂਦੀ ਆ। ਅਤੇ ਮੱਕੀ ਦੀ ਫਸਲ ਵੀ ਜਿਹੜੀ ਆ ਇੰਡੀਆ ਦੇ ਵਿੱਚ ਵੀ ਬਹੁਤ ਵਧੀਆ ਢੰਗ ਨਾਲ ਹੁੰਦੀ ਆ। ਉਸ ਤੋਂ ਬਾਅਦ ਹੈ ਸਾਡੇ ਕੋਲ ਫੈਬਰਿਕ ਕਾਟਨ ਦਾ ਏਰੀਆ, ਜਿਹਦੇ ਵਿੱਚ ਯੂਜ਼ ਕੀਤਾ ਗਿਆ। ਦੇਖੋ ਇਹਦੇ ਵਿੱਚ ਕਾਟਨ ਦਾ ਏਰੀਆ ਜਿਹੜਾ ਵਾ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵੰਡਿਆ ਜਾਂਦਾ। USA ਜਿਹੜਾ ਵਾ ਸਭ ਤੋਂ ਵੱਡਾ ਪ੍ਰੋਡਿਊਸਰ ਮੰਨਿਆ ਜਾਂਦਾ, ਐਕਸਪੋਰਟ ਕੀਤਾ ਜਾਂਦਾ। ਇੰਡੀਆ ਦੇ ਵਿੱਚ ਜਿਹੜੇ ਮਹਾਰਾਸ਼ਟਰ ਜਾਂ ਇਹੋ ਜਿਹੇ ਡਰਾਈ ਏਰੀਆ ਨੇ ਜਿੱਥੇ ਕੀ ਨੇ ਕਾਟਨ ਦੀ ਇੰਡਸਟਰੀ ਸਭ ਤੋਂ ਜ਼ਿਆਦਾ ਬਣਦੀ ਆ ਜਾਂ ਸਭ ਤੋਂ ਜ਼ਿਆਦਾ ਹੈਗੀ ਆ। ਉਸ ਤੋਂ ਬਾਅਦ ਸਾਡੇ ਕੋਲ ਹੈ ਜੂਟ ਪ੍ਰੋਡਕਸ਼ਨ ਦਾ ਏਰੀਆ। ਕਿਹੜਾ ਸੀ, ਜੂਟ ਪ੍ਰੋਡਕਸ਼ਨ ਦੇ ਵਿੱਚ ਆਲਮੋਸਟ 85% ਜਿਹੜਾ ਵਰਲਡ ਦਾ ਵਾ ਜੂਟ ਉਹ ਕੌਣ ਪ੍ਰੋਡਿਊਸ ਕਰ ਰਿਹਾ, ਇੰਡੀਆ ਪ੍ਰੋਡਿਊਸ ਕਰ ਰਿਹਾ। ਇਹ ਗੰਗਾ ਡੈਲਟਾ ਦੇ ਨੀਅਰ ਬਾਏ ਜ਼ਿਆਦਾ ਤੋਂ ਜ਼ਿਆਦਾ ਇਹ ਏਰੀਆ ਜਿਹੜਾ ਮਿਲਦਾ ਵਾ। ਇੰਡੀਆ ਅਤੇ ਬੰਗਲਾਦੇਸ਼ ਜਿਹੜਾ ਵਾ ਇਹਨੂੰ ਸਭ ਤੋਂ ਜ਼ਿਆਦਾ ਜਿਹੜਾ ਜੂਟ ਦੀ ਪ੍ਰੋਡਕਸ਼ਨ ਕਰਦਾ। ਫਿਰ ਉਸ ਤੋਂ ਬਾਅਦ ਚਾਈਨਾ ਜਿਹੜਾ ਵਾ ਹੁਣ ਡੋਮੀਨੇਟ ਕਰ ਰਿਹਾ ਵਾ। ਇੰਡੀਆ ਦੇ ਵਿੱਚ ਜਿਹੜਾ ਵੈਸਟ ਬੰਗਾਲ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਵਾ ਏਰੀਆ ਵਾ ਜਿੱਥੇ ਜੂਟ ਪ੍ਰੋਡਿਊਸ ਹੁੰਦਾ ਵਾ। ਅਤੇ ਉਸ ਤੋਂ ਬਾਅਦ ਜਿਹੜਾ ਬੰਗਲਾਦੇਸ਼ ਆ ਉਹ ਇੰਡੀਆ ਤੋਂ ਬਾਅਦ ਲੀਡ ਕਰ ਰਿਹਾ ਵਾ। ਅਤੇ ਜੂਟ ਪ੍ਰੋਡਕਸ਼ਨ ਸੀ। ਜੂਟ ਪ੍ਰੋਡਕਸ਼ਨ ਤੋਂ ਬਾਅਦ ਸਾਡੇ ਕੋਲ ਹੈ ਜਿਹੜਾ ਟੀ ਦਾ ਏਰੀਆ ਸੀ। ਇੰਡੀਆ ਦੇ ਵਿੱਚ ਜਿਹੜੀ ਟੀ ਆ, ਇੰਡੀਆ ਜਿਹੜਾ ਵਾ ਉਹਦਾ ਵੀ ਵਰਲਡ ਦੇ ਵਿੱਚ ਨਾਮ ਆ। ਟੀ ਪ੍ਰੋਡਕਸ਼ਨ ਦੇ ਵਿੱਚ ਆ ਦਿਖਾਇਆ ਜਾ ਰਿਹਾ ਟੀ ਦਾ ਏਰੀਆ। ਇੰਡੀਆ ਦੇ ਵਿੱਚ ਵੀ ਬਹੁਤ ਥੋੜ੍ਹਾ ਜਿਹਾ ਏਰੀਆ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਟੀ ਦੇ ਲਈ। ਮੋਸਟ ਆਫ ਦੀ ਇੰਡੀਆ ਦੇ ਵਿੱਚ ਜਿਹੜਾ ਟੀ ਏਰੀਆ ਵਾ ਉਹ ਦਾਰਜਲਿੰਗ, ਨੀਲਗਿਰੀ, ਦੋਰਾਗੀ, ਇਹੋ ਜਿਹੀਆਂ ਕੁਝ ਪਲੇਸਿਸ ਨੇ ਉੱਥੇ ਉੱਗਦਾ ਵਾ, ਜਾਂ ਅਸਾਮ ਦੇ ਵਿੱਚ ਸਭ ਤੋਂ ਜ਼ਿਆਦਾ ਉੱਗਦੀਆਂ ਨੇ। ਟੌਪ 5 ਗਰੋਇੰਗ ਦੇ ਵਿੱਚ ਜਿਹੜੀਆਂ ਇੰਡੀਆ ਦੀਆਂ ਸਟੇਟਸ ਆਉਂਦੀਆਂ ਨੇ ਐਗਰੀਕਲਚਰ ਦੇ ਵਿੱਚ। ਕਿਹਦੇ ਵਿੱਚ, ਟੀ ਦੇ ਵਿੱਚ, ਟੀ ਦੀ ਪ੍ਰੋਡਕਸ਼ਨ ਦੇ ਵਿੱਚ ਇੰਡੀਆ ਜਿਹੜਾ ਵਾ ਵਧੀਆ ਲੀਡ ਕਰ ਰਿਹਾ।
ਉਸ ਤੋਂ ਬਾਅਦ ਜੇਕਰ ਗੱਲ ਕਰੀਏ ਕੌਫੀ ਦੇ ਵਿੱਚ ਇੰਡੀਆ ਦਾ ਵੀ ਜਿਹੜਾ ਨਾਮ ਆ ਬਹੁਤ ਜ਼ਿਆਦਾ ਵਾ। 3 ਰੀਜ਼ਨ ਅਜਿਹੇ ਨੇ ਜਿੱਥੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕੌਫੀ ਆ ਉਹ ਪ੍ਰੋਡਿਊਸ ਕੀਤੀ ਜਾ ਰਹੀ ਹੈ, ਜਿਵੇਂ ਸਾਡੇ ਆਂਧਰਾ ਪ੍ਰਦੇਸ਼ ਆ, ਉੜੀਸਾ ਵਾ, ਈਸਟ ਕੋਸਟਲ ਏਰੀਆ ਵਾ, ਅਸਾਮ ਆ, ਮਨੀਪੁਰ ਆ। ਬ੍ਰਾਜ਼ੀਲ ਜਿਹੜਾ ਵਾ ਉਹ ਸਭ ਤੋਂ ਜ਼ਿਆਦਾ ਲਾਰਜੈਸਟ ਪ੍ਰੋਡਿਊਸ ਕਰਦਾ, ਦੈਨ ਆਫਟਰ ਇੰਡੀਆ ਜਿਹੜਾ ਵਾ ਕੌਫੀ ਨੂੰ ਪ੍ਰੋਡਕਸ਼ਨ ਜਿਹੜੀ ਆ ਉਹ ਕਰ ਰਿਹਾ ਵਾ। ਅਤੇ ਇਸ ਤਰੀਕੇ ਨਾਲ ਜਿਹੜਾ ਵਾ ਇੰਡੀਆ ਦੇ ਵਿੱਚ ਵੀ ਪ੍ਰੋਡਕਸ਼ਨ ਦਾ ਏਰੀਆ ਬਹੁਤ ਵਧੀਆ ਬਣ ਚੁੱਕਿਆ ਵਾ। ਇਹ ਸੀਗਾ ਸੈਸ਼ਨ, ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊ, ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ, ਜਿਵੇਂ ਐਗਰੀਕਲਚਰ ਕੀ ਹੁੰਦੀ ਹੈ, ਐਗਰੀਕਲਚਰ ਕਿੰਨੇ ਟਾਈਪਸ ਦੀ ਹੁੰਦੀ ਆ, ਕਿਹੜੀਆਂ ਮੇਨ ਕ੍ਰੌਪਸ ਸੀਗੀਆਂ ਇੰਡੀਆ ਦੇ ਵਿੱਚ ਜਿਹੜੀਆਂ ਉਗਾਈਆਂ ਜਾਂਦੀਆਂ ਨੇ, ਇੰਡੀਆ ਦਾ ਕਿਹੜਾ ਰੈਂਕ ਸੀ, ਅਤੇ ਇਹ ਸਾਰੀਆਂ ਚੀਜ਼ਾਂ ਅਸੀਂ ਬਲੀਫ ਦੇ ਵਿੱਚ ਪੜ੍ਹੀਆਂ। ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਜਿਹੜਾ ਇਹ ਸੈਸ਼ਨ ਆ। ਜੇਕਰ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਕਮੈਂਟਸ ਕਰੋ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਦੇ ਨਾਲ ਦੀ ਨੈਕਸਟ ਵੀਡੀਓ ਵੀ ਜਿਹੜੀ ਹੋਏਗੀ ਉਹ ਵੀ ਇਦੋਂ ਵਧੀਆ ਬਣਾਊਂਗਾ, ਅਤੇ ਜਿੰਨਾ ਜ਼ਿਆਦਾ ਹੋ ਸਕੇ ਤੁਹਾਨੂੰ ਅਟਰੈਕਟਿਵ ਅਤੇ ਵਧੀਆ ਵੇ ਨਾਲ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ, ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।